ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਜੋਗਰਾਫੀ ਦਾ ਪਾਰਟ 2 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਜੋਗਰਾਫੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣਾ ਜੋਗਰਾਫੀ ਦਾ ਇੱਕ ਪਾਰਟ ਹੈ ਜਿਹੜਾ ਉਹ ਆਲਰੇਡੀ ਅਪਲੋਡ ਹੋ ਚੁੱਕਿਆ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ ਜੀ ਕੇ, ਮਾਡਰਨ ਹਿਸਟਰੀ, ਪੋਲਿਟੀ ਅਤੇ ਜੋਗਰਾਫੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਆਪਣਾ ਪਾਰਟ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ, ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਮੈਂ ਬਹੁਤ ਸਾਰੇ ਕੁਐਸਚਨ ਜਿਹੜੇ ਇੱਕ ਤਾਂ ਡੇਜ਼ ਨਾਲ ਰਿਲੇਟਡ ਨੇ, ਜਿਹੜੇ ਆਪਾਂ ਨੂੰ ਇੰਪੋਰਟੈਂਟ ਡੇਜ਼ ਪੁੱਛੇ ਜਾਂਦੇ ਨੇ ਕਿ ਵਰਲਡ ਅਰਥ ਡੇ ਕਦੋਂ ਹੁੰਦਾ, ਵਰਲਡ ਵਾਟਰ ਡੇ ਕਦੋਂ ਹੁੰਦਾ, ਠੀਕ ਹੈ। ਤਾਂ ਇਹ ਆਪਾਂ ਇੰਪੋਰਟੈਂਟ ਡੇ ਕਵਰ ਕਰਵਾਏ ਨੇ। ਬਾਕੀ ਤੁਹਾਡੇ ਜਿਹੜੇ ਕੁਐਸਚਨ ਇਹਦੇ ਵਿੱਚ ਤੁਹਾਡਾ ਜਿਹੜਾ ਧਰਤੀ ਦਾ ਮਾਡਲ ਹੁੰਦਾ ਗਲੋਬ, ਉਹਦੇ ਨਾਲ ਰਿਲੇਟਡ ਨੇ, ਉਹਦੀਆਂ ਜਿੰਨੀਆਂ ਵੀ ਟਰਮਸ ਹੁੰਦੀਆਂ ਨੇ ਉਹ ਆਪਾਂ ਇਹ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਆਪਣਾ ਕੁਐਸਚਨ ਆ ਉਹ ਵਿਸ਼ਵ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ। ਵੈਨ ਇਜ਼ ਵਰਲਡ ਵਾਟਰ ਡੇ ਸੈਲੀਬ੍ਰੇਟਡ, ਠੀਕ ਹੈ। ਇਹ ਕੁਐਸਚਨ ਤੁਹਾਨੂੰ ਅਕਸਰ ਹੀ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅਤੇ ਬਹੁਤ ਵਾਰ ਇਹ ਪੁੱਛੇ ਗਏ ਕੁਐਸਚਨ ਨੇ। 22 ਮਾਰਚ, 22 ਅਪ੍ਰੈਲ, 22 ਦਸੰਬਰ ਜਾਂ 22 ਮਈ। ਜਿਹੜੇ ਤੁਹਾਨੂੰ ਆਪਸ਼ਨ ਉਹ ਸੈੱਟ ਕਰਦੇ ਨੇ ਤਾਂ ਉਹ ਸਾਰੇ ਇੱਕੋ ਡੇਟ 'ਤੇ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਕਨਫਿਊਜ਼ ਹੋ ਜਾਓ ਅਤੇ ਕੁਐਸਚਨ ਨੂੰ ਗਲਤ ਕਰ ਦਿਓ, ਠੀਕ ਹੈ ਜੀ। ਤਾਂ ਜਿਹੜਾ ਆਪਣਾ ਵਿਸ਼ਵ ਜਲ ਦਿਵਸ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਦੋਂ ਮਨਾਇਆ ਜਾਂਦਾ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, 22 ਮਾਰਚ ਨੂੰ ਮਨਾਇਆ ਜਾਂਦਾ। ਇਹਦਾ ਜਿਹੜਾ ਯਾਦ ਕਰਨ ਦਾ ਤਰੀਕਾ ਇਹ ਹੈ ਕਿ ਮੰਨ ਲਓ ਜਿਵੇਂ ਆਪਣੀ ਧਰਤੀ ਦੇ ਉੱਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ, ਠੀਕ ਹੈ। ਤਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਇਮੇਜ ਸੈੱਟ ਕਰ ਲਓ ਕਿ ਪਾਣੀ ਪਹਿਲਾਂ ਆਇਆ, ਮਤਲਬ ਠੀਕ ਹੈ, ਪਾਣੀ ਪਹਿਲਾਂ ਆਇਆ ਤਾਂ ਪਹਿਲਾਂ ਮਾਰਚ ਆਊ ਅਤੇ ਅਪ੍ਰੈਲ ਆਪਣਾ ਬਾਅਦ 'ਚ ਮਹੀਨਾ ਆਉਂਦਾ ਹੈ ਨਾ। ਤਾਂ ਪਹਿਲਾਂ ਜਿਹੜਾ ਮਹੀਨਾ ਆਉਂਦਾ ਉਹ ਆਉਂਦਾ ਮਾਰਚ। ਤਾਂ ਵਿਸ਼ਵ ਜਲ ਦਿਵਸ ਪਹਿਲਾਂ ਆਊਗਾ, ਧਰਤੀ ਦਿਵਸ ਤੋਂ ਪਹਿਲਾਂ ਜਿਹੜਾ ਦਿਵਸ ਆਊਗਾ ਉਹ ਵਿਸ਼ਵ ਜਲ ਦਿਵਸ ਆਊਗਾ। ਵਰਲਡ ਵਾਟਰ ਡੇ ਜਿਹੜਾ ਆਊਗਾ ਉਹ ਪਹਿਲਾਂ ਆਊਗਾ ਵਰਲਡ ਅਰਥ ਡੇ ਤੋਂ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ 22 ਮਾਰਚ ਨੂੰ ਜਿਹੜਾ ਆਪਣਾ ਮਨਾਇਆ ਜਾਂਦਾ ਉਹ ਮਨਾਇਆ ਜਾਂਦਾ ਵਰਲਡ ਵਾਟਰ ਡੇ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਵਿਸ਼ਵ ਧਰਤੀ ਦਿਵਸ ਕਦੋਂ ਮਨਾਇਆ ਜਾਂਦਾ। ਵੈਨ ਇਜ਼ ਵਰਲਡ ਅਰਥ ਡੇ ਸੈਲੀਬ੍ਰੇਟਡ। 22 ਮਾਰਚ, 22 ਅਪ੍ਰੈਲ, 22 ਦਸੰਬਰ ਜਾਂ 22 ਮਈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ 22 ਅਪ੍ਰੈਲ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਕਿ ਤੁਸੀਂ ਆਪਦੇ ਮਾਈਂਡ 'ਚ ਇੱਕ ਇਮੇਜ ਸੈੱਟ ਕਰ ਲਓ ਕਿ ਪਹਿਲਾਂ ਪਾਣੀ ਆਇਆ, ਬਾਅਦ 'ਚ ਧਰਤੀ ਆਈ, ਠੀਕ ਹੈ। ਤਾਂ ਪਾਣੀ ਮਤਲਬ ਇਹ ਇੱਕ ਆਪਾਂ ਸੋਚਣਾ ਹੀ ਹੈ, ਇਹ ਨਹੀਂ ਹੈਗਾ ਕਿ ਐਗਜ਼ੈਕਟ ਐਵੇਂ ਹੋਇਆ। ਤਾਂ ਇਹ ਇੱਕ ਮਾਈਂਡ ਦੇ ਵਿੱਚ ਇਮੇਜ ਬਣਾਉਣੀ ਹੈ ਕਿ ਪਹਿਲਾਂ ਆਪਾਂ ਪਾਣੀ, ਕਿਉਂਕਿ ਪਾਣੀ ਦੀ ਮਾਤਰਾ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਹੈ, ਠੀਕ ਹੈ, ਸਭ ਤੋਂ ਵੱਧ ਆਪਣੇ ਪਾਣੀ ਹੈਗਾ ਧਰਤੀ ਦੇ ਉੱਤੇ। ਤਾਂ ਇਹ ਤੁਸੀਂ ਮਾਈਂਡ ਦੇ ਵਿੱਚ ਇਮੇਜ ਸੈੱਟ ਕਰ ਲਓ ਕਿ ਪਾਣੀ ਪਹਿਲਾਂ ਆਊਗਾ, ਠੀਕ ਹੈ। ਤਾਂ ਪਾਣੀ 22 ਮਾਰਚ ਨੂੰ ਅਤੇ ਧਰਤੀ ਦਿਵਸ ਜਿਹੜਾ ਆਊਗਾ ਉਸ ਤੋਂ ਬਾਅਦ ਆਊਗਾ ਅਗਲੇ ਮਹੀਨੇ 22 ਅਪ੍ਰੈਲ ਨੂੰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਇਹਨੂੰ ਯਾਦ ਕਰਨ ਦਾ ਇੱਕ ਵੈਸੀ ਟ੍ਰਿਕ ਹੈ ਇਹ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ। ਵੈਨ ਇਜ਼ ਵਰਲਡ ਐਨਵਾਇਰਨਮੈਂਟ ਡੇ ਸੈਲੀਬ੍ਰੇਟਡ। 5 ਮਾਰਚ, 5 ਅਪ੍ਰੈਲ, 5 ਦਸੰਬਰ ਜਾਂ 5 ਜੂਨ, ਠੀਕ ਹੈ। ਤੁਹਾਨੂੰ ਆਪਸ਼ਨ ਇਹੋ ਜਿਹੇ ਸੈੱਟ ਕੀਤੇ ਮਿਲਣਗੇ ਤੁਹਾਨੂੰ ਕਨਫਿਊਜ਼ ਕਰਨ ਦੇ ਲਈ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਮੈਂ ਇੱਕ ਸਲਾਈਡ ਦੇ ਵਿੱਚ ਵੀ ਕਲੀਅਰ ਕਰਵਾ ਸਕਦਾ ਸੀ, ਬਟ ਸਲਾਈਡ ਦੇ ਵਿੱਚ ਤੁਹਾਡੇ ਯਾਦ ਨਹੀਂ ਹੋਣੇ ਸੀ, ਠੀਕ ਹੈ, ਕਿਉਂਕਿ ਆਪਾਂ ਕੁਐਸਚਨ ਦੀ ਫਾਰਮ ਦੇ ਵਿੱਚ ਜੇ ਆਪਾਂ ਕਰਾਂਗੇ, ਕਿਉਂਕਿ ਆਪਾਂ ਨੂੰ ਉੱਥੇ MCQ ਹੀ ਆਉਣਗੇ। ਤਾਂ ਜੇ ਆਪਾਂ ਇੱਥੋਂ ਕੁਐਸਚਨ ਕਰਕੇ ਜਾਵਾਂਗੇ ਤਾਂ ਆਪਣੇ ਵਧੀਆ ਤਰੀਕੇ ਨਾਲ ਯਾਦ ਹੋ ਜਾਂਦਾ। ਤਾਂ ਵਿਸ਼ਵ ਵਾਤਾਵਰਨ ਦਿਵਸ ਹੈ ਜਿਹੜਾ ਵਰਲਡ ਐਨਵਾਇਰਨਮੈਂਟ ਡੇ ਮਨਾਇਆ ਜਾਂਦਾ ਉਹ ਕਦੋਂ ਮਨਾਇਆ ਜਾਂਦਾ। ਇਹੋ ਜਿਹੇ ਕੁਐਸਚਨ ਤੁਹਾਨੂੰ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਪੇਪਰਾਂ ਦੇ ਵਿੱਚ। ਤਾਂ ਇਹ ਜਿਹੜੇ ਡੇਜ਼ ਨੇ ਇਹ ਬਹੁਤ ਇੰਪੋਰਟੈਂਟ ਨੇ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, 5 ਜੂਨ ਨੂੰ ਆਪਣਾ ਜਿਹੜਾ ਵਰਲਡ ਐਨਵਾਇਰਨਮੈਂਟ ਡੇ ਮਨਾਇਆ ਜਾਂਦਾ, ਠੀਕ ਹੈ ਜੀ। 5 ਜੂਨ ਨੂੰ ਵਰਲਡ ਐਨਵਾਇਰਨਮੈਂਟ ਡੇ। ਤਾਂ 5 ਜੂਨ ਦੇ ਵਿੱਚ ਕੀ ਹੁੰਦਾ, ਜੂਨ ਦੇ ਵਿੱਚ ਜ਼ਿਆਦਾ ਗਰਮੀ ਹੁੰਦੀ ਹੈ, ਠੀਕ ਹੈ। ਤਾਂ ਗਰਮੀ ਦੇ ਲਈ, ਗਰਮੀ ਤੋਂ ਬਚਣ ਦੇ ਲਈ ਆਪਾਂ ਨੂੰ ਕਾਹਦੀ ਲੋੜ ਪੈਂਦੀ ਹੈ, ਆਪਾਂ ਨੂੰ ਵੱਧ ਤੋਂ ਵੱਧ ਰੁੱਖਾਂ ਦੀ ਲੋੜ ਪੈਂਦੀ ਹੈ। ਰੁੱਖ ਲਗਾਉਣੇ ਆ ਤਾਂ ਆਪਾਂ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਦੇ ਹਾਂ। ਤਾਂ ਤੁਸੀਂ ਇਸ ਤਰ੍ਹਾਂ ਯਾਦ, ਇੱਕ ਟ੍ਰਿਕ ਬਣਾ ਕੇ ਯਾਦ ਕਰ ਸਕਦੇ ਹੋ ਕਿ 5 ਜੂਨ ਨੂੰ ਇਨਵਾਇਰਨਮੈਂਟ ਡੇ ਮਨਾਇਆ ਜਾਂਦਾ ਹੈ ਕਿਉਂਕਿ ਉਦੋਂ ਗਰਮੀ ਹੁੰਦੀ ਹੈ। ਗਰਮੀ ਦੇ ਵਿੱਚ ਆਪਾਂ ਨੂੰ ਦਰਖਤ ਲਾਉਣੇ ਪੈਂਦੇ ਨੇ, ਠੀਕ ਹੈ। ਤਾਂ ਦਰਖਤ ਕਿਹਦੇ ਨਾਲ ਰਿਲੇਟਡ ਨੇ, ਇਨਵਾਇਰਨਮੈਂਟ ਨਾਲ, ਠੀਕ ਹੈ ਜੀ। ਤਾਂ ਐਵੇਂ ਆਪਾਂ ਇੱਕ ਟ੍ਰਿਕ ਬਣਾ ਕੇ ਯਾਦ ਕਰ ਸਕਦੇ ਹਾਂ, ਵਰਲਡ ਇਨਵਾਇਰਨਮੈਂਟ ਡੇ 5 ਜੂਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਵਿਸ਼ਵ ਏਡਜ਼ ਦਿਵਸ ਕਦੋਂ ਮਨਾਇਆ ਜਾਂਦਾ। ਵੈਨ ਇਜ਼ ਵਰਲਡ ਏਡਜ਼ ਡੇ ਸੈਲੀਬ੍ਰੇਟਡ। 1 ਦਸੰਬਰ, 1 ਅਪ੍ਰੈਲ, 1 ਜਨਵਰੀ ਜਾਂ 1 ਮਾਰਚ।
ਤਾਂ ਜਿਹੜੇ ਇਹ ਡੇਜ਼ ਨੇ ਇਹ ਚੰਗੀ ਤਰ੍ਹਾਂ ਯਾਦ ਕਰਕੇ ਜਾਇਓ। ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਸਾਰੇ ਡੇਜ਼ ਇਹ ਬਹੁਤ ਇੰਪੋਰਟੈਂਟ ਨੇ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1, 1 ਦਸੰਬਰ ਨੂੰ ਜਿਹੜਾ ਵਿਸ਼ਵ ਏਡ ਦਿਵਸ ਮਨਾਇਆ ਜਾਂਦਾ, ਏਡਜ਼ ਦਿਵਸ ਮਨਾਇਆ ਜਾਂਦਾ 1 ਦਸੰਬਰ ਨੂੰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ? ਵੈਨ ਇਜ਼ ਵਰਲਡ ਪਾਪੂਲੇਸ਼ਨ ਡੇ ਸੈਲੀਬ੍ਰੇਟਡ? 11 ਦਸੰਬਰ, 11 ਅਪ੍ਰੈਲ, 11 ਜੁਲਾਈ ਜਾਂ 11 ਮਾਰਚ? ਇਹ ਨਹੀਂ ਹੈਗਾ ਵੀ ਆਪਾਂ ਸਾਰੇ ਡੇਜ਼ ਜਿਹੜੇ ਉਹ ਟ੍ਰਿਕ ਨਾਲ ਹੀ ਯਾਦ ਕਰਨੇ ਆ, ਕਿਉਂਕਿ ਫਿਰ ਆਪਣੇ ਸਾਰਾ ਮਾਈਂਡ ਦੇ ਵਿੱਚ ਮਿਕਸਅਪ ਹੋ ਜਾਂਦਾ। 1-2 ਡੇਜ਼ ਆਪਣੇ ਮਤਲਬ ਐਵੇਂ ਵੀ ਯਾਦ ਹੋਣੇ ਚਾਹੀਦੇ ਨੇ ਬਿਨਾਂ ਟ੍ਰਿਕ ਤੋਂ। ਠੀਕ ਹੈ, ਇਹ ਨਹੀਂ ਹੈਗਾ ਆਪਾਂ ਸਾਰੇ ਜਿਹੜੇ ਡੇਜ਼ ਨੇ ਉਹ ਟ੍ਰਿਕ ਨਾਲ ਹੀ ਯਾਦ ਕਰਨੇ ਨੇ। ਤਾਂ ਵਿਸ਼ਵ ਜਿਹੜਾ ਜਨਸੰਖਿਆ ਦਿਵਸ ਹੈ ਉਹ ਕਦੋਂ ਮਨਾਇਆ ਜਾਂਦਾ ਹੈ? ਵੈਨ ਇਜ਼ ਵਰਲਡ ਪਾਪੂਲੇਸ਼ਨ ਡੇ ਸੈਲੀਬ੍ਰੇਟਡ? 11 ਦਸੰਬਰ, 11 ਅਪ੍ਰੈਲ, 11 ਜੁਲਾਈ ਜਾਂ 11 ਮਾਰਚ? ਵੀਡੀਓ ਨੂੰ 2-3 ਵਾਰ ਦੇਖ ਲਿਓ, ਰਿਵਾਈਜ਼ ਕਰ ਲਿਓ, ਤਾਂ ਕਿ ਤੁਹਾਡੇ ਇਹ ਸਾਰੇ ਡੇਜ਼ ਨੇ ਜਿਹੜੇ, ਸਾਰੀਆਂ ਟਰਮਸ ਨੇ ਉਹ ਇੰਪੋਰਟੈਂਟ ਹੈ ਜਿਹੜੀਆਂ, ਉਹ ਯਾਦ ਹੋ ਜਾਣ ਚੰਗੀ ਤਰ੍ਹਾਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3, 11 ਜੁਲਾਈ ਨੂੰ ਆਪਣਾ ਵਰਲਡ ਪਾਪੂਲੇਸ਼ਨ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ, 11 ਜੁਲਾਈ ਨੂੰ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ, ਤੁਹਾਡੇ ਯਾਦ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਆਪਾਂ ਇਸ ਤੋਂ ਬਾਅਦ ਜਿਹੜੇ ਕੁਐਸਚਨ ਸੈੱਟ ਕੀਤੇ ਉਹ ਕੀਤੇ ਗਲੋਬ ਦੇ ਵਿੱਚੋਂ। ਗਲੋਬ ਯਾਨੀ ਕਿ ਜਿਹੜਾ ਧਰਤੀ ਦਾ ਮਾਡਲ ਆਪਣਾ ਬਣਾਇਆ ਹੋਇਆ, ਤਾਂ ਉਹਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਣਗੇ। ਠੀਕ ਹੈ, PS ਟੈਟ ਦੇ ਵਿੱਚ ਖਾਸ ਕਰਕੇ ਉਹਦੇ ਵਿੱਚੋਂ ਆਉਂਦੇ ਨੇ। ਉਹ ਇੱਕ ਸਪੈਸ਼ਲ ਟੌਪਿਕ ਦਿੱਤਾ ਹੋਇਆ PS ਟੈਟ ਦੇ ਸਿਲੇਬਸ ਦੇ ਵਿੱਚ ਕਿ ਗਲੋਬ। ਠੀਕ ਹੈ, ਗਲੋਬ ਦੇ ਵਿੱਚੋਂ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਡਾਇਰੈਕਟ। ਤਾਂ ਭਾਰਤ ਦਾ ਸਟੈਂਡਰਡ ਮੈਰੀਡੀਅਨ ਕਿੰਨਾ ਹੈ? ਵਾਟ ਇਜ਼ ਦੀ ਸਟੈਂਡਰਡ ਮੈਰੀਡੀਅਨ ਆਫ ਇੰਡੀਆ? 82 ਡਿਗਰੀ 30 ਈਸਟ, 82 ਡਿਗਰੀ 30 ਸਾਊਥ, 82 ਡਿਗਰੀ 30 ਵੈਸਟ ਜਾਂ 82 ਡਿਗਰੀ 30 ਨਾਰਥ? ਠੀਕ ਹੈ, ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਜੇ ਪੇਪਰ ਦਾ ਲੈਵਲ ਹੈ ਜਿਹੜਾ ਉਹ ਮੋਡਰੇਟ ਲੈਵਲ ਦਾ ਉਹਨਾਂ ਨੇ ਪਾਇਆ। ਠੀਕ ਹੈ, ਤਾਂ ਇਹ ਤੁਹਾਨੂੰ ਆਪਸ਼ਨ ਵੀ ਜਿਹੜੇ ਉਹ ਪਾਉਣਗੇ, ਸੰਭਾਵਨਾ ਜ਼ਿਆਦਾਤਰ ਇਹ ਹੁੰਦੀ ਹੈ ਕਿ ਉਹ ਇੱਕੋ ਜਿਹੇ ਆਪਸ਼ਨ ਹੀ ਪਾ ਦਿੰਦੇ ਆਪਾਂ ਨੂੰ। ਠੀਕ ਹੈ, ਤਾਂ ਕਿ ਆਪਾਂ ਕਨਫਿਊਜ਼ ਹੋ ਜਾਈਏ। ਠੀਕ ਹੈ, ਤਾਂ ਇੱਥੇ ਜੇਕਰ ਆਪਾਂ ਵਧੀਆ ਪੜ੍ਹਿਆ ਹੋਇਆ, ਐਗਜ਼ੈਕਟ ਆਪਣੇ ਯਾਦ ਹੈ, ਤਾਂ ਆਪਾਂ ਬਿਲਕੁਲ ਕਨਫਿਊਜ਼ ਨਹੀਂ ਹੋਵਾਂਗੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1, 82 ਡਿਗਰੀ 30 ਹੈ ਜਿਹੜਾ ਉਹ ਈਸਟ ਤੁਸੀਂ ਯਾਦ ਰੱਖਣਾ। ਠੀਕ ਹੈ, 82 ਡਿਗਰੀ 30 ਈਸਟ ਜਿਹੜਾ ਭਾਰਤ ਦਾ ਸਟੈਂਡਰਡ ਮੈਰੀਡੀਅਨ ਹੈ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਤਾਂ ਇਹ ਜਿਹੜਾ ਮੈਰੀਡੀਅਨ ਹੈ ਇਹ ਕਾਹਦੇ ਲਈ ਯੂਜ਼ ਕੀਤਾ ਜਾਂਦਾ? ਇਹ ਆਪਣੇ ਟਾਈਮ ਨੂੰ ਮਾਪਣ ਦੇ ਲਈ ਯੂਜ਼ ਕੀਤਾ ਜਾਂਦਾ। ਠੀਕ ਹੈ, ਫॉर ਟਾਈਮ ਮੈਜਰਿੰਗ ਵਾਸਤੇ ਹੁੰਦਾ ਇਹ 82 ਡਿਗਰੀ 30 ਈਸਟ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਭਾਰਤ ਦਾ ਸਟੈਂਡਰਡ ਮੈਰੀਡੀਅਨ ਹੈ ਇਹ 82 ਡਿਗਰੀ 30 ਈਸਟ। ਠੀਕ ਹੈ ਜੀ, ਚੰਗੀ ਤਰ੍ਹਾਂ ਯਾਦ ਕਰ ਲਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪ੍ਰਮੁੱਖ ਮੈਰੀਡੀਅਨ ਦਾ ਮੁੱਲ ਕੀ ਹੈ? ਵਾਟ ਇਜ਼ ਦੀ ਵੈਲਿਊ ਆਫ ਪ੍ਰਾਈਮ ਮੈਰੀਡੀਅਨ? 60 ਡਿਗਰੀ, 90 ਡਿਗਰੀ, 0 ਡਿਗਰੀ ਜਾਂ 10 ਡਿਗਰੀ? ਜਿਹੜਾ ਮੇਨ ਆਪਣਾ ਪ੍ਰਮੁੱਖ ਮੈਰੀਡੀਅਨ ਹੈ ਉਹਦਾ ਮੁੱਲ ਕਿੰਨਾ ਹੈ, ਉਹਦੀ ਵੈਲਿਊ ਕਿੰਨੀ ਹੈ? 60 ਡਿਗਰੀ ਹੈ, 90 ਡਿਗਰੀ ਹੈ, 0 ਡਿਗਰੀ ਹੈ ਜਾਂ 10 ਡਿਗਰੀ ਹੈ? ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਜੇ ਤੁਹਾਨੂੰ ਗਲੋਬ ਦੇ ਵਿੱਚੋਂ ਪੁੱਛੇ ਗਏ ਜ਼ਿਆਦਾਤਰ, ਕਿਉਂਕਿ ਗਲੋਬ ਹੈ ਜਿਹੜਾ ਉਹ ਤੁਹਾਡਾ ਇੱਕ ਸਪੈਸ਼ਲ ਉਹਦੇ ਵਿੱਚ PS ਟੈਟ ਦੇ ਸਿਲੇਬਸ ਦੇ ਵਿੱਚ ਇੱਕ ਸਪੈਸ਼ਲ ਟੌਪਿਕ ਦਿੱਤਾ ਹੋਇਆ। ਠੀਕ ਹੈ ਜੀ, ਵੈਸੇ ਵੀ ਜੋਗਰਾਫੀ ਦੇ ਵਿੱਚ ਇਹ ਟਰਮਸ ਬਹੁਤ ਇੰਪੋਰਟੈਂਟ ਨੇ। ਜੋਗਰਾਫੀ ਦੇ ਵਿੱਚ ਕਿਤੋਂ ਵੀ ਤੁਹਾਨੂੰ ਕੋਈ ਵੀ ਟਰਮ ਪੁੱਛੀ ਜਾ ਸਕਦੀ ਹੈ। ਠੀਕ ਹੈ ਜੀ, ਇਹ ਨਹੀਂ ਹੈਗਾ ਕਿ ਇਕੱਲਾ PS ਟੈਟ ਦੇ ਲਈ। ਜੋਗਰਾਫੀ ਤੁਹਾਨੂੰ ਕਿਸੇ ਵੀ ਪੇਪਰ ਦੇ ਵਿੱਚ ਆਵੇ ਤਾਂ ਇਹ ਟਰਮਸ ਤੁਹਾਨੂੰ ਯਾਦ ਹੋਣੀਆਂ ਜ਼ਰੂਰੀ ਨੇ। ਠੀਕ ਹੈ, ਇਹ ਜੋਗਰਾਫੀ ਦਾ ਬੇਸਿਕ ਹੈ। ਤਾਂ ਵਾਟ ਇਜ਼ ਦੀ ਵੈਲਿਊ ਆਫ ਪ੍ਰਾਈਮ ਮੈਰੀਡੀਅਨ, ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3, 0 ਡਿਗਰੀ ਹੁੰਦਾ ਜਿਹੜਾ ਆਪਣਾ ਪ੍ਰਮੁੱਖ ਮੈਰੀਡੀਅਨ ਹੈ। ਠੀਕ ਹੈ, ਪ੍ਰਾਈਮ ਮੈਰੀਡੀਅਨ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹ 0 ਡਿਗਰੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਧੁਰੇ ਦੇ ਦੋਨੋਂ ਅਖੀਰ ਵਾਲੇ ਪਾਸਿਆਂ ਨੂੰ ਕੀ ਕਿਹਾ ਜਾਂਦਾ? ਟੂ ਐਂਡ ਆਫ ਦੀ ਐਕਸਿਸ ਆਰ ਕਾਲਡ? ਇਕੁਏਟਰ, ਗ੍ਰਿਡ, ਐਕਸਿਸ ਜਾਂ ਪੋਲਸ? ਇਹ ਬੇਸਿਕ ਟਰਮਸ ਨੇ ਗਲੋਬ ਦੀਆਂ, ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਠੀਕ ਹੈ, ਧੁਰਾ ਹੁੰਦਾ ਜਿਹਦਾ ਮਤਲਬ ਜਿਹੜਾ ਸੈਂਟਰ ਦੇ ਵਿੱਚ ਹੁੰਦਾ, ਵਿਚਕਾਰ ਹੁੰਦਾ ਹੈਗਾ। ਠੀਕ ਹੈ, ਜਿਹਦੇ ਆਪਣਾ ਗਲੋਬ ਘੁੰਮਦਾ। ਠੀਕ ਹੈ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਜਿਹੜੇ ਦੋਨੋਂ ਅਖੀਰ ਵਾਲੇ ਪਾਸੇ ਹੈ, ਦੋਨੋਂ ਐਂਡ ਨੇ ਇਹਦੇ, ਉਹਨਾਂ ਨੂੰ ਕੀ ਕਿਹਾ ਜਾਂਦਾ? ਇਕੁਏਟਰ ਕਿਹਾ ਜਾਂਦਾ, ਗ੍ਰਿਡ ਕਿਹਾ ਜਾਂਦਾ, ਐਕਸਿਸ ਕਿਹਾ ਜਾਂਦਾ ਜਾਂ ਪੋਲਸ ਕਿਹਾ ਜਾਂਦਾ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4, ਪੋਲਸ ਕਿਹਾ ਜਾਂਦਾ ਉਹਨਾਂ ਨੂੰ, ਪੋਲਸ। ਠੀਕ ਹੈ, ਤਾਂ ਜਿਵੇਂ ਉਹ ਆਪਾਂ ਪੜ੍ਹਦੇ ਨਹੀਂ ਸਾਊਥ ਪੋਲ ਅਤੇ ਨਾਰਥ ਪੋਲ ਹੈ ਨਾ, ਤਾਂ ਉਹਨਾਂ ਨੂੰ ਪੋਲਸ ਕਿਹਾ ਜਾਂਦਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਬੇਸਿਕ ਕੁਐਸਚਨ ਨੇ, ਜ਼ਿਆਦਾ ਟਫ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ, ਇਹ ਸਿੰਪਲ ਕੁਐਸਚਨਾਂ ਦੇ ਵਿੱਚ ਹੀ ਆਉਂਦੇ ਨੇ। ਠੀਕ ਹੈ, ਇਹ ਟਰਮਸ ਨੇ ਗਲੋਬ ਦੀਆਂ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਉਹ ਰੇਖਾ ਜੋ ਸੰਸਾਰ ਨੂੰ ਉੱਤਰ ਅਤੇ ਦੱਖਣ ਭਾਗਾਂ ਵਿੱਚ ਵੰਡਦੀ ਹੈ, ਦੀ ਲਾਈਨ ਵਿੱਚ ਕੱਟ ਦੀ ਵਰਡ ਇਨਟੂ ਨਾਰਥ ਐਂਡ ਸਾਊਥ?
ਲੌਂਗੀਟਿਊਡ, ਲੈਟੀਟਿਊਡ, ਇਕੁਏਟਰ ਜਾਂ ਪ੍ਰਾਈਮ ਮੈਰੀਡੀਅਨ। ਪੂਰੇ ਸੰਸਾਰ ਨੂੰ ਜਿਹੜੀ ਦੋ ਭਾਗਾਂ ਦੇ ਵਿੱਚ ਵੰਡਦੀ ਹੈ, ਨਾਰਥ ਅਤੇ ਸਾਊਥ ਦੇ ਵਿੱਚ, ਉਹ ਲਾਈਨ ਨੂੰ ਕੀ ਕਿਹਾ ਜਾਂਦਾ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਡਾਇਰੈਕਟ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਇਹ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਇਕੁਏਟਰ ਕਿਹਾ ਜਾਂਦਾ ਉਹਨੂੰ। ਠੀਕ ਹੈ ਜੀ, ਉਹਨੂੰ ਇਕੁਏਟਰ ਕਹਿੰਦੇ ਨੇ। ਠੀਕ ਹੈ, ਜਿਹੜਾ ਦੋ ਬਰਾਬਰ ਭਾਗਾਂ ਵਿੱਚ ਵੰਡਦਾ, ਨਾਰਥ ਅਤੇ ਸਾਊਥ ਦੇ ਵਿੱਚ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਕਹਿੰਦੇ ਉਹਨੂੰ, ਇਕੁਏਟਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਰਕ ਰੇਖਾ ਅਤੇ ਮਕਰ ਰੇਖਾ ਹਨ। ਦੀ ਟ੍ਰੋਪਿਕ ਆਫ ਕੈਂਸਰ ਐਂਡ ਟ੍ਰੋਪਿਕ ਆਫ ਕੈਪਰੀਕੌਨ ਆਰ। ਕੀ ਨੇ ਇਹ? ਟ੍ਰੋਪਿਕ ਆਫ ਕੈਂਸਰ ਇਜ਼ ਲੌਂਗੈਸਟ ਦੈਨ ਟ੍ਰੋਪਿਕ ਆਫ ਕੈਪਰੀਕੌਨ। ਜਿਹੜੀ ਟ੍ਰੋਪਿਕ ਆਫ ਕੈਂਸਰ ਹੈ ਉਹ ਟ੍ਰੋਪਿਕ ਆਫ ਕੈਪਰੀਕੌਨ ਤੋਂ ਲੰਬੀ ਹੈ, ਜਾਂ ਟ੍ਰੋਪਿਕ ਆਫ ਕੈਪਰੀਕੌਨ ਲੌਂਗੈਸਟ ਦੈਨ ਟ੍ਰੋਪਿਕ ਆਫ ਕੈਂਸਰ, ਜਾਂ ਟ੍ਰੋਪਿਕ ਆਫ ਕੈਪਰੀਕੌਨ ਕੈਂਸਰ ਨਾਲੋਂ ਲੰਬੀ ਹੈ, ਜਾਂ ਬੋਥ ਆਰ ਇਕੁਅਲ ਨੇ, ਜਾਂ ਨਨ ਆਫ ਦੀ ਅਬਵ। ਠੀਕ ਹੈ, ਇਹੋ ਜਿਹੇ ਕੁਐਸਚਨ ਤੁਹਾਨੂੰ ਆ ਸਕਦੇ ਨੇ ਜੇ ਪੇਪਰ ਮੋਡਰੇਟ ਲੈਵਲ ਦਾ ਆ। ਠੀਕ ਹੈ, ਜਿਹੜੀਆਂ ਆਪਣੀਆਂ ਦੋ ਲਾਈਨਸ ਨੇ, ਕਰਕ ਰੇਖਾ ਜਿਹਨੂੰ ਆਪਾਂ ਟ੍ਰੋਪਿਕ ਆਫ ਕੈਂਸਰ ਕਹਿੰਦੇ ਹਾਂ, ਅਤੇ ਮਕਰ ਰੇਖਾ ਜਿਹਨੂੰ ਆਪਾਂ ਟ੍ਰੋਪਿਕ ਆਫ ਕੈਪਰੀਕੌਨ ਕਹਿੰਦੇ ਹਾਂ। ਠੀਕ ਹੈ, ਇਹਨਾਂ ਦੇ ਵਿੱਚ ਕੀ ਫਰਕ ਹੈ? ਦੋਨੋਂ ਇਕੁਅਲ ਨੇ ਜਾਂ ਇੱਕ ਦੂਸਰੇ ਤੋਂ ਲੰਬੀਆਂ ਨੇ? ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਬੋਥ ਆਰ ਇਕੁਅਲ। ਦੋਨੇ ਕੀ ਨੇ? ਬਰਾਬਰ ਨੇ। ਕਰਕ ਰੇਖਾ ਅਤੇ ਮਕਰ ਰੇਖਾ ਕੀ ਹੈ? ਦੋਨੋਂ ਬਰਾਬਰ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਉੱਤਰ ਅਤੇ ਦੱਖਣ ਦਿਸ਼ਾ ਵਿੱਚ ਜਾਂਦੀਆਂ ਖੜਵੀਆਂ ਰੇਖਾਵਾਂ ਕੀ ਕਹਾਉਂਦੀਆਂ ਨੇ? ਵਿਚ ਲਾਈਨਸ ਰਨ ਫਰੋਮ ਨਾਰਥ ਟੂ ਸਾਊਥ ਵਰਟੀਕਲੀ ਆਰ ਕਾਲਡ। ਖੜਵੀਆਂ ਰੇਖਾਵਾਂ ਨੇ ਜਿਹੜੀਆਂ, ਠੀਕ ਹੈ, ਜਿਹੜੀਆਂ ਨਾਰਥ ਤੋਂ ਸਾਊਥ ਵੱਲ ਜਾਂਦੀਆਂ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਇਕੁਏਟਰ ਕਹਿੰਦੇ ਹਾਂ, ਲੈਟੀਟਿਊਡ ਕਹਿੰਦੇ ਹਾਂ, ਲੌਂਗੀਟਿਊਡ ਕਹਿੰਦੇ ਹਾਂ, ਜਾਂ ਪ੍ਰਾਈਮ ਮੈਰੀਡੀਅਨ ਕਹਿੰਦੇ ਹਾਂ। ਇਹ ਬੇਸਿਕ ਕੁਐਸਚਨ ਨੇ ਗਲੋਬ ਦੇ। ਠੀਕ ਹੈ, ਜਿਹੜੇ ਜੋਗਰਾਫੀ ਦੇ ਵਿੱਚ ਆਪਾਂ ਬੇਸਿਕ ਕਹਿੰਦੇ ਹਾਂ, ਵੈਸੇ ਇਹ ਮੋਡਰੇਟ ਦੇ ਵਿੱਚ ਵੀ ਆਉਂਦੇ ਨੇ, ਕਿਉਂਕਿ ਜੇ ਆਪਾਂ ਇਹ ਟੌਪਿਕ ਨਹੀਂ ਪੜ੍ਹਿਆ ਤਾਂ ਆਪਣੇ ਲਈ ਇਹ ਕੁਐਸਚਨ ਬਹੁਤ ਟਫ ਨੇ। ਠੀਕ ਹੈ ਜੀ, ਤਾਂ ਇਹ ਟੌਪਿਕ ਨੂੰ ਵਧੀਆ ਕਲੀਅਰ ਕਰਕੇ ਜਾਣਾ। ਠੀਕ ਹੈ, ਇਹ ਨਹੀਂ ਕਿ ਇਕੱਲੇ PS ਟੈਟ ਦੇ ਵਿੱਚ ਹੀ ਇਹ ਪੁੱਛੇ ਜਾਂਦੇ ਨੇ। ਇਹ ਜੋਗਰਾਫੀ ਜਿਹੜੇ ਵੀ ਪੇਪਰ ਦੇ ਵਿੱਚ ਆਉਂਦੀ ਹੈ, ਉਹ ਇਹ ਕੁਐਸਚਨ ਤੁਹਾਨੂੰ ਕਿਤੇ ਵੀ ਮਿਲ ਸਕਦੇ ਨੇ, ਕਿਸੇ ਵੀ ਪੇਪਰ ਦੇ ਵਿੱਚ ਮਿਲ ਸਕਦੇ ਨੇ। ਇਹ ਇੰਪੋਰਟੈਂਟ ਨੇ। ਤਾਂ ਖੜਵੀਆਂ ਰੇਖਾਵਾਂ ਜਿਹਨੂੰ ਆਪਾਂ ਵਰਟੀਕਲੀ ਲਾਈਨਸ ਕਹਿੰਦੇ ਹਾਂ, ਨਾਰਥ ਟੂ ਸਾਊਥ ਜਾਂਦੀਆਂ ਨੇ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਲੌਂਗੀਟਿਊਡ ਕਹਿੰਦੇ ਉਹਨਾਂ ਨੂੰ। ਠੀਕ ਹੈ, ਲੰਬੀਆਂ। ਲੌਂਗੀਟਿਊਡ ਯਾਨੀ ਕਿ ਜਦੋਂ ਖੜਵੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਖੜਵੀਆਂ, ਠੀਕ ਹੈ, ਤਾਂ ਉਹਨੂੰ ਲੌਂਗੀਟਿਊਡ ਕਹਿੰਦੇ ਨੇ। ਠੀਕ ਹੈ, ਨਾਰਥ ਟੂ ਸਾਊਥ। ਠੀਕ ਹੈ, ਇੱਥੇ ਮੈਂ ਐਗਜ਼ਾਮਪਲ ਵੀ ਦਿੱਤੀ ਹੈ, ਨਾਰਥ ਟੂ ਸਾਊਥ ਜਿਹੜੀਆਂ ਲਾਈਨਾਂ ਜਾਂਦੀਆਂ, ਤਾਂ ਉਹਨਾਂ ਨੂੰ ਕੀ ਕਹਿੰਦੇ ਨੇ? ਲੌਂਗੀਟਿਊਡ ਕਹਿੰਦੇ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ ਖੜਵੀਆਂ ਰੇਖਾਵਾਂ ਨੂੰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪੱਛਮ ਅਤੇ ਪੂਰਬ ਦਿਸ਼ਾ ਵਿੱਚ ਜਾਂਦੀਆਂ ਲੇਟਵੀਆਂ ਰੇਖਾਵਾਂ ਕੀ ਕਹਾਉਂਦੀਆਂ ਨੇ? ਵਿਚ ਲਾਈਨਸ ਰਨ ਫਰੋਮ ਵੈਸਟ ਟੂ ਈਸਟ ਹੌਰੀਜ਼ੌਂਟਲੀ ਆਰ ਕਾਲਡ ਇਕੁਏਟਰ, ਲੈਟੀਟਿਊਡ, ਲੌਂਗੀਟਿਊਡ, ਜਾਂ ਪ੍ਰਾਈਮ ਮੈਰੀਡੀਅਨ। ਉਹ ਖੜਵੀਆਂ ਸੀ, ਖੜਵੀਆਂ ਨੂੰ ਕੀ ਕਹਿੰਦੇ? ਲੌਂਗੀਟਿਊਡ। ਠੀਕ ਹੈ, ਉਹਦਾ ਯਾਦ ਕਰਨ ਦਾ ਟ੍ਰਿਕ ਆਪਾਂ ਨੂੰ ਪਤਾ ਹੀ ਹੈ, ਵੈਸੇ ਵੀ ਉਹ ਤਾਂ ਯਾਦ ਹੋ ਜਾਣਗੀਆਂ। ਖੜਵੀਆਂ ਯਾਨੀ ਕਿ ਲੰਬੀਆਂ, ਲੰਬੀਆਂ ਯਾਨੀ ਕਿ ਲੌਂਗੀਟਿਊਡ। ਠੀਕ ਹੈ, ਐਵੇਂ ਆਪਾਂ ਯਾਦ ਕਰ ਸਕਦੇ ਹਾਂ। ਤਾਂ ਜਿਹੜੀਆਂ ਲੇਟਵੀਆਂ ਨੇ ਹੌਰੀਜ਼ੌਂਟਲੀ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਲੈਟੀਟਿਊਡ। ਠੀਕ ਹੈ ਜੀ, ਤਾਂ ਲੇਟਣਾ ਮਤਲਬ ਲੈਟੀਟਿਊਡ। ਠੀਕ ਹੈ, ਲੌਂਗ ਮਤਲਬ ਲੌਂਗੀਟਿਊਡ। ਤਾਂ ਜਿਹੜੀਆਂ ਲੇਟਵੀਆਂ ਨੇ ਉਹ ਕੀ ਕਹਾਉਣਗੀਆਂ? ਲੈਟੀਟਿਊਡ। ਠੀਕ ਹੈ, ਆਨਸਰ ਨੰਬਰ 2 ਆਊਗਾ ਇਹਦਾ। ਜਿਹੜੀਆਂ ਵੈਸਟ ਟੂ ਈਸਟ ਜਾਂਦੀਆਂ ਨੇ, ਠੀਕ ਹੈ, ਮੈਂ ਇੱਥੇ ਐਗਜ਼ਾਮਪਲ ਵੀ ਦਿੱਤੀ ਹੈ, ਤੁਸੀਂ ਯਾਦ ਕਰ ਲਿਓ, ਤੁਹਾਨੂੰ ਲੈਟੀਟਿਊਡ ਕਹਿੰਦੇ ਨੇ। ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਖੇਤਰਫਲ ਦੀ ਦ੍ਰਿਸ਼ਟੀ ਪੱਖੋਂ ਪੂਰੀ ਦੁਨੀਆ ਵਿੱਚ ਭਾਰਤ ਕਿੰਨਵਾਂ ਵੱਡਾ ਦੇਸ਼ ਹੈ? ਇੰਡੀਆ ਇਜ਼ ਦ ਲਾਰਜੈਸਟ ਕੰਟਰੀ ਇਨ ਦੀ ਵਰਲਡ ਅਕੋਰਡਿੰਗ ਟੂ ਏਰੀਆ। ਕਿੰਨਵਾਂ ਸਥਾਨ ਹੈ ਭਾਰਤ ਦਾ? 5ਵਾਂ, 7ਵਾਂ, 9ਵਾਂ ਜਾਂ 10ਵਾਂ? ਠੀਕ ਹੈ, ਇਹ ਕੁਐਸਚਨ ਤੁਹਾਨੂੰ ਇਹ ਨਾ ਸਮਝੋ ਕਿ ਇਹ ਸਿੰਪਲ ਨੇ, ਕਿਉਂਕਿ ਆਪਾਂ ਇਹੀ ਕੁਐਸਚਨ ਆਪਾਂ ਪੇਪਰ ਦੇ ਵਿੱਚ ਗਲਤ ਕਰਕੇ ਆਉਂਦੇ ਹੁੰਦੇ ਹਾਂ। ਠੀਕ ਹੈ, ਜਦੋਂ ਆਪਣੇ 'ਤੇ ਐਗਜ਼ਾਮ ਦਾ ਪ੍ਰੈਸ਼ਰ ਹੁੰਦਾ, ਤਾਂ ਜਿਹੜੇ ਸਿੰਪਲ ਕੁਐਸਚਨ ਜਿਨ੍ਹਾਂ ਨੂੰ ਆਪਾਂ ਈਜ਼ੀ ਸਮਝ ਕੇ ਛੱਡ ਦਿੰਦੇ ਹਾਂ ਕਿ ਇਹ ਤਾਂ ਮੈਨੂੰ ਆਉਂਦੇ ਆ, ਠੀਕ ਹੈ, ਤਾਂ ਇਹੀ ਕੁਐਸਚਨ ਆਪਾਂ ਤੁਸੀਂ ਦੇਖ ਲਿਓ ਪੇਪਰ ਦੇ ਵਿੱਚ ਜਾ ਕੇ ਗਲਤ ਕਰਦੇ ਹਾਂ। ਠੀਕ ਹੈ, ਇਹ ਕੁਐਸਚਨਸ ਨੂੰ ਰਿਵਾਈਜ਼ ਕਰਨਾ ਹੁੰਦਾ। ਠੀਕ ਹੈ, ਬੇਸ਼ੱਕ ਕੁਐਸਚਨ ਈਜ਼ੀ ਹੈ, ਬੇਸ਼ੱਕ ਟਫ ਹੈ, ਜੇਕਰ ਤੁਹਾਡੀ ਰਿਵੀਜ਼ਨ ਨਹੀਂ ਹੈਗੀ ਤਾਂ ਪੇਪਰ ਦੇ ਵਿੱਚ ਆਪਾਂ ਗਲਤੀ ਕਰਕੇ ਹੀ ਆਵਾਂਗੇ। ਠੀਕ ਹੈ ਜੀ, ਤਾਂ ਰਿਵੀਜ਼ਨ ਤੁਹਾਡੀ ਬਹੁਤ ਜ਼ਰੂਰੀ ਹੈ। ਸੈਸ਼ਨ ਨੂੰ ਵੱਧ ਤੋਂ ਵੱਧ ਇਹਨੂੰ ਰਿਵਾਈਜ਼ ਕਰਿਓ। ਠੀਕ ਹੈ, ਇਹਦੇ 'ਚੋਂ ਕੋਈ ਵੀ ਕੁਐਸਚਨ ਆਉਂਦਾ ਤਾਂ ਤੁਸੀਂ ਈਜ਼ੀਲੀ ਅਟੈਂਪਟ ਕਰ ਦੋਗੇ। ਤਾਂ ਏਰੀਏ ਪੱਖੋਂ ਭਾਰਤ ਕਿੰਨਵਾਂ ਵੱਡਾ ਦੇਸ਼ ਹੈ ਪੂਰੀ ਦੁਨੀਆ ਦੇ ਵਿੱਚ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, 7ਵਾਂ। ਠੀਕ ਹੈ, ਬੇਸ਼ੱਕ ਆਪਾਂ ਨੂੰ ਇਹ ਪਤਾ ਹੈ, ਬਟ ਇਹਨੂੰ ਰਿਵਾਈਜ਼ ਕਰਨਾ ਜ਼ਰੂਰੀ ਹੈ। ਠੀਕ ਹੈ ਜੀ, ਤਾਂ 7ਵਾਂ ਵੱਡਾ ਸਥਾਨ ਹੈ। ਤਾਂ ਪਹਿਲਾ ਜਿਹੜਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈਗਾ? ਉਹ ਹੈ ਰਸ਼ੀਆ। ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤਾਂ ਭਾਰਤ ਕਿੰਨਵਾਂ ਵੱਡਾ ਦੇਸ਼ ਹੈ? 7ਵਾਂ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਆਪਣੀ ਸਭ ਤੋਂ ਲੰਬੀ ਸੀਮਾ ਕਿਸ ਦੇਸ਼ ਨਾਲ ਸਾਂਝੀ ਕਰਦਾ ਹੈ? ਇੰਡੀਆ ਸ਼ੇਅਰਸ ਇਟਸ ਲੌਂਗੈਸਟ ਬਾਉਂਡਰੀ ਵਿਦ ਵਿਚ ਕੰਟਰੀ? ਪਾਕਿਸਤਾਨ, ਚੀਨ, ਨੇਪਾਲ ਜਾਂ ਬੰਗਲਾਦੇਸ਼? ਠੀਕ ਹੈ, ਤਾਂ ਇਹ ਕੁਐਸਚਨਸ ਨੂੰ ਈਜ਼ੀ ਨਹੀਂ ਸਮਝਣਾ। ਠੀਕ ਹੈ, ਇਹ ਕੁਐਸਚਨ ਨੂੰ ਰਿਵਾਈਜ਼ ਕਰਿਆ ਕਰੋ ਤਾਂ ਕਿ ਆਪਣੇ ਇਹ ਵਧੀਆ ਤਰੀਕੇ ਨਾਲ ਯਾਦ ਰਹਿਣ, ਕਿਉਂਕਿ ਇਹ ਆਪਾਂ ਭੁੱਲ ਜਾਂਦੇ ਹਾਂ। ਠੀਕ ਹੈ, ਪੇਪਰ ਦੇ ਵਿੱਚ ਜਾ ਕੇ ਆਪਾਂ ਇਹ ਗਲਤ ਕਰ ਦਿੰਦੇ ਹਾਂ। ਠੀਕ ਹੈ, ਸਿੰਪਲ ਨਹੀਂ ਹੈਗੇ ਇਹ ਕੁਐਸਚਨ, ਇਹਨਾਂ ਨੂੰ ਵੀ ਤੁਸੀਂ ਟਫ ਕੁਐਸਚਨ ਦੀ ਕੈਟਾਗਰੀ ਦੇ ਵਿੱਚ ਹੀ ਗਿਣਿਆ ਕਰੋ। ਠੀਕ ਹੈ, ਜਿੰਨਾ ਟਾਈਮ ਆਪਾਂ ਇਹਨਾਂ ਨੂੰ ਰਿਵਾਈਜ਼ ਨਹੀਂ ਕਰਦੇ ਤਾਂ ਇਹ ਕੁਐਸਚਨ ਵੀ ਇਹਦੀ ਗਲਤ ਹੋਣ ਦੀ ਸੰਭਾਵਨਾ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ, ਤਾਂ ਇਹਨੂੰ ਰਿਵਾਈਜ਼ ਕਰਿਆ ਕਰੋ ਵੱਧ ਤੋਂ ਵੱਧ। ਭਾਰਤ ਸਭ ਤੋਂ ਵੱਡੀ ਬਾਉਂਡਰੀ ਜਿਹੜੀ ਆਪਣੀ ਕਿਹੜੇ ਦੇਸ਼ ਨਾਲ ਸਾਂਝੀ ਕਰਦਾ ਹੈ? ਜਦੋਂ ਆਪਣੇ ਆਪਸ਼ਨ ਦੇ ਵਿੱਚ ਪਹਿਲੇ ਨੰਬਰ 'ਤੇ ਪਾਕਿਸਤਾਨ ਪਿਆ ਹੋਇਆ ਤਾਂ ਆਪਾਂ ਪਾਕਿਸਤਾਨ, ਬਹੁਤ ਬੱਚੇ ਮੈਂ ਦੇਖਿਆ ਕਿ ਉਹ ਟਿਕ ਕਰਕੇ ਆਉਂਦੇ ਨੇ ਪਾਕਿਸਤਾਨ। ਠੀਕ ਹੈ, ਤਾਂ ਜਿਹੜਾ ਉਹਨਾਂ ਦਾ ਕੁਐਸਚਨ ਆ ਜਿਹੜਾ ਉਹ ਗਲਤ ਹੁੰਦਾ। ਠੀਕ ਹੈ, ਤਾਂ ਕਰਕੇ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਬੰਗਲਾਦੇਸ਼ ਨਾਲ ਆਪਾਂ ਸਭ ਤੋਂ ਵੱਡੀ ਬਾਉਂਡਰੀ ਜਿਹੜੀ ਸਾਂਝੀ ਕਰਦੇ ਹਾਂ ਬੰਗਲਾਦੇਸ਼ ਨਾਲ। ਇਹ ਤੁਸੀਂ ਯਾਦ ਰੱਖਿਓ ਕਿੰਨੀ ਕਰਦੇ ਹਾਂ, 4096.7 ਕਿਲੋਮੀਟਰ। ਠੀਕ ਹੈ ਜੀ, 4096.7 ਕਿਲੋਮੀਟਰ ਜਿਹੜੀ ਬਾਉਂਡਰੀ ਉਹ ਆਪਾਂ ਬੰਗਲਾਦੇਸ਼ ਨਾਲ ਸਾਂਝੀ ਕਰਦੇ ਹਾਂ। ਅਤੇ ਦੂਸਰੇ ਨੰਬਰ 'ਤੇ ਆਪਾਂ ਚਾਈਨਾ ਨਾਲ ਸਾਂਝੀ ਕਰਦੇ ਹਾਂ। ਠੀਕ ਹੈ, ਸੈਕਿੰਡ ਨੰਬਰ 'ਤੇ ਆਪਾਂ ਚੀਨ ਨਾਲ ਸਭ ਤੋਂ ਵੱਧ ਸਾਂਝੀ ਕਰਦੇ ਹਾਂ, ਅਤੇ ਜਿਹੜਾ ਪਾਕਿਸਤਾਨ ਹੈ ਉਹ ਥਰਡ 'ਤੇ ਆਉਂਦਾ। ਠੀਕ ਹੈ, ਤਾਂ ਪਹਿਲੇ ਨੰਬਰ 'ਤੇ ਬੰਗਲਾਦੇਸ਼, ਦੂਜੇ ਨੰਬਰ 'ਤੇ ਚੀਨ, ਤੀਸਰੇ ਨੰਬਰ 'ਤੇ ਪਾਕਿਸਤਾਨ। ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ, ਤਾਂ ਇਸ ਕੁਐਸਚਨ ਨੂੰ ਪੁੱਛਣ ਦਾ ਉਹ ਤਰੀਕਾ ਵੀ ਚੇਂਜ ਕਰ ਸਕਦੇ ਕਿ ਦੂਸਰੇ ਨੰਬਰ 'ਤੇ ਭਾਰਤ ਆਪਣੀ ਸਭ ਤੋਂ ਵੱਡੀ ਬਾਉਂਡਰੀ ਹੈ ਜਿਹੜੀ ਉਹ ਕਿਹੜੇ ਦੇਸ਼ ਨਾਲ ਸਾਂਝੀ ਕਰਦਾ ਹੈ, ਐਵੇਂ ਵੀ ਪੁੱਛ ਸਕਦੇ ਆ। ਤੀਸਰੇ ਨੰਬਰ 'ਤੇ ਵੀ ਪੁੱਛਦੇ, ਪਰ ਤੀਸਰੇ ਤੋਂ ਜ਼ਿਆਦਾ ਨਹੀਂ ਪੁੱਛਦੇ ਹੁੰਦੇ, ਜ਼ਿਆਦਾਤਰ ਇੰਨਾ ਡੀਪਲੀ ਨਹੀਂ ਆਉਂਦਾ ਕੁਐਸਚਨ। ਠੀਕ ਹੈ, ਤਾਂ ਇਹ ਕੁਐਸਚਨ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ। ਸਭ ਤੋਂ ਵੱਡੀ ਜਿਹੜੀ ਬਾਉਂਡਰੀ ਆ ਉਹ ਬੰਗਲਾਦੇਸ਼ ਨਾਲ। ਠੀਕ ਹੈ ਜੀ, ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ IST ਦਾ ਪੂਰਾ ਨਾਮ ਕੀ ਹੈ? ਵਾਟ ਇਜ਼ ਦੀ ਫੁੱਲ ਫਾਰਮ ਆਫ IST? ਇਹੋ ਜਿਹੀਆਂ ਟਰਮਸ ਤੁਹਾਨੂੰ ਆ ਸਕਦੀਆਂ ਨੇ ਜੋਗਰਾਫੀ ਦੇ ਨਾਲ ਰਿਲੇਟਡ। ਠੀਕ ਹੈ ਜੀ, ਇੰਡੀਅਨ ਸਪੈਸੀਫਿਕ ਟਾਈਮ, ਇੰਡੀਅਨ ਸਟੈਂਡਰਡ ਟੈਂਪਰੇਚਰ, ਇੰਡੀਅਨ ਸਟੈਂਡਰਡ ਟਾਈਮ, ਇੰਡੀਅਨ ਸਪੈਸੀਫਿਕ ਟੈਂਪਰੇਚਰ। ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ। ਇਹ ਜੋਗਰਾਫੀ ਦੀਆਂ ਟਰਮਸ ਨੇ, ਜੋਗਰਾਫੀ ਦੀਆਂ ਤੁਹਾਨੂੰ ਫੁੱਲ ਫਾਰਮਸ ਇਹ ਪਤਾ ਹੋਣੀਆਂ ਚਾਹੀਦੀਆਂ, ਬਹੁਤ ਇੰਪੋਰਟੈਂਟ ਨੇ। IST ਦਾ ਪੂਰਾ ਨਾਮ ਕੀ ਹੈ? ਤਾਂ ਆਪਸ਼ਨ ਦੇਖੋ ਇਹਨਾਂ ਨੇ ਕਿਹੜੇ ਹਿਸਾਬ ਨਾਲ ਸੈੱਟ ਕੀਤੇ ਨੇ ਜਿਹਦੇ ਵਿੱਚ ਆਪਣੀ ਗਲਤੀ ਕਰਨ ਦੀ ਪੂਰੀ ਸੰਭਾਵਨਾ ਬਣ ਜਾਂਦੀ ਹੈ। ਠੀਕ ਹੈ, ਕਿਉਂਕਿ ਆਪਾਂ ਆਪਸ਼ਨ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਅਤੇ ਆਪਾਂ ਟਿਕ ਲਾ ਦਿੰਦੇ ਹਾਂ ਪਹਿਲਾਂ। ਠੀਕ ਹੈ, OMR ਦੇ ਉੱਤੇ ਜਦੋਂ ਇੱਕ ਵਾਰੀ ਆਪਾਂ ਫਿਲ ਕਰ ਦਿੰਦੇ ਹਾਂ ਤਾਂ ਉਹਨੂੰ ਆਪਾਂ ਸਹੀ ਨਹੀਂ ਕਰ ਸਕਦੇ ਬਾਅਦ ਦੇ ਵਿੱਚ। ਠੀਕ ਹੈ, ਤਾਂ ਉਹ ਆਪਣਾ ਕੁਐਸਚਨ ਗਲਤ ਹੋ ਜਾਂਦਾ। ਠੀਕ ਹੈ, ਤਾਂ ਪਹਿਲਾਂ ਕੁਐਸਚਨ ਨੂੰ ਪੂਰੇ ਧਿਆਨ ਨਾਲ ਪੜ੍ਹਨਾ, ਫਿਰ ਚਾਰੋਂ ਆਪਸ਼ਨ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਅਤੇ ਆਰਾਮ ਨਾਲ ਤੁਸੀਂ ਦੇਖ ਕੇ ਟਿਕ ਲਾਉਣਾ। ਠੀਕ ਹੈ, 2-3 ਵਾਰ ਦੇਖ ਕੇ। ਠੀਕ ਹੈ, ਐਵੇਂ ਨਹੀਂ ਹੈਗਾ ਕਾਹਲ ਦੇ ਵਿੱਚ ਤੁਸੀਂ ਸਿੰਪਲ ਕੁਐਸਚਨ ਨੂੰ ਗਲਤ ਕਰ ਜਾਣਾ। ਠੀਕ ਹੈ ਜੀ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3, ਇੰਡੀਅਨ ਸਟੈਂਡਰਡ ਟਾਈਮ ਇਹਨੂੰ ਕਿਹਾ ਜਾਂਦਾ ਹੈ, ਇੰਡੀਅਨ ਸਟੈਂਡਰਡ ਟਾਈਮ। ਠੀਕ ਹੈ ਜੀ, IST, ਇੰਡੀਅਨ ਸਟੈਂਡਰਡ ਟਾਈਮ। ਠੀਕ ਹੈ, ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ, ਬਹੁਤ ਇੰਪੋਰਟੈਂਟ ਨੇ। ਸੈਸ਼ਨ ਨੂੰ ਆਪਣੇ ਨੂੰ 2-3 ਵਾਰ ਇਹਨੂੰ ਰਿਵਾਈਜ਼ ਕਰ ਲਿਓ ਤਾਂ ਕਿ ਸਾਰੇ ਕੁਐਸਚਨ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣ। ਨੋਟਸ ਆਪਣੇ ਖੁਦ ਬਣਾਓ, ਜੇਕਰ ਖੁਦ ਬਣਾਓਗੇ ਤਾਂ ਤੁਹਾਡੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਚੱਲੂਗੀ। ਤਾਂ ਜੇਕਰ ਮੇਰੀਆਂ ਵੀਡੀਓਜ਼ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਤਿਆਰੀ ਆਪਣੀ ਵਧੀਆ ਤਰੀਕੇ ਨਾਲ ਕਰਦੇ ਰਹੋ। ਆਪਣੀ ਪਲੇਲਿਸਟ ਦੇ ਵਿੱਚ ਜਿੰਨੀਆਂ ਵੀ ਵੀਡੀਓਜ਼ ਪਈਆਂ ਨੇ ਸਾਰੀਆਂ ਨੂੰ ਲਗਾਓ। ਠੀਕ ਹੈ, ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਆਉਣ ਵਾਲੇ ਪੇਪਰਾਂ ਦੇ ਵਿੱਚ। ਠੀਕ ਹੈ ਜੀ, ਕਿਉਂਕਿ ਆਪਾਂ ਇੱਕ ਕੁਐਸਚਨ ਪੂਰੀ ਰਿਸਰਚ ਕਰਕੇ ਪੂਰੀ ਮਿਹਨਤ ਦੇ ਨਾਲ ਰੱਖਦੇ ਹਾਂ, ਐਵੇਂ ਨਹੀਂ ਕੋਈ ਫਾਲਤੂ ਕੰਟੈਂਟ ਹੈ ਜਿਹੜਾ ਤੁਹਾਡੇ ਅੱਗੇ ਰੱਖਦੇ ਹਾਂ। ਠੀਕ ਹੈ ਜੀ, ਤੁਹਾਡਾ ਟਾਈਮ ਵੇਸਟ ਆਪਾਂ ਨਹੀਂ ਕਰਵਾਉਂਦੇ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।